कमांड नहीं रही जिहड़ी अमित शाह जी हुण कह रहे आ भी ये बराड़ी ग्राउंड दे विच आ जाओ, हुण किसी ने नहीं आउणा। जदों तां असीं उत्थे खड़े कहंदे सी भी असीं दिल्ली आउणा, तुसीं कि नहीं आउणा। हुण जदों असीं आ गए सारे बन्ना तोड़ के, हुण इत्थे बह गए आके, हुण तुसीं कहंदे हो नहीं जी अंदर आके बैठो। हुण सब तो पहलां चुप करके अनाउंसमेंट कर दो भी तीनों बिल असीं वापस ले ले, क्योंकि ताकत अमित शाह जी दे दाने तां उन्हां कोल आ, बाकी तां सब लिफाफे आ। तुसीं आके अज अनाउंस करके सारिਆਂ ਨੂੰ ਕਹੋ ਵੀ ਤਿੰਨ ਕਾਨੂੰਨ ਰੱਦ। ਇਹ ਕਾਨੂੰਨ ਉਦੋਂ ਹੁਣ ਤੁਹਾਡੇ ਸਹਿਮਤੀ ਨਾਲ ਜੋ ਜੋ ਤੁਸੀਂ ਚਾਹੁੰਦੇ ਹੋ ਉਵੇਂ ਬਣਨਗੇ, ਤਾਂ ਕਿਤੇ ਇਹ ਪੰਜਾਬ ਵਾਲੇ ਮੁੜਨਗੇ ਤੇ ਸਾਰੀ ਦੁਨੀਆ ਨੂੰ ਇਹ ਲੰਗਰ ਲਾ ਕੇ ਖਿਲਾ ਸਕਦੇ, ਆਪ ਲਈ ਨਹੀਂ ਲਾ ਸਕਦੇ। ਰੱਬ ਦੇ ਵਾਸਤੇ ਜਿਹੜੇ ਬੀਜੇਪੀ ਪੰਜਾਬ ਵਾਲੇ ਲੀਡਰ ਆ ਉਹ ਆ ਕੇ ਨਿਕਲ, ਬਿਲਕੁਲ ਨਾ ਡਰਨ ਵੀ ਉੱਥੇ ਕੋਈ ਨਾਰੇ ਮਾਰਦਾ ਮੁਰਦਾਬਾਦ ਕਹਿੰਦਾ ਆਪਣੇ ਆ, ਮੁਰਦਾਬਾਦ ਕਰ ਲੈਣਗੇ 5 ਮਿੰਟ, ਫਿਰ ਕੀ ਹੋ ਗਿਆ। ਸਭ ਤੋਂ ਪਹਿਲਾਂ ਅਸੀਂ ਆਏ ਆ, ਕੋਈ ਖਾਲਿਸਤਾਨੀ ਨਹੀਂ ਉੱਥੇ। ਜੇ ਖਾਲਿਸਤਾਨੀ ਹੁੰਦਾ ਤਾਂ ਮੈਂ ਖੜਾ, ਮੇਰੇ ਸਭ ਤੋਂ ਪਹਿਲਾਂ ਗੋਲੀ ਮਾਰਦੇ ਜਿਹੜੀ ਮੇਰੀ ਇਹਨਾਂ ਨਾਲ ਲੜਾਈ ਆ। ਇਸ ਕਰਕੇ ਕੋਈ ਖਾਲਿਸਤਾਨੀ ਨਹੀਂ ਗਾ ਉਰੇ। ਬੀਜੇਪੀ ਵਾਲੇ ਲੀਡਰ ਨਿਕਲਣ ਤੇ ਪੰਜਾਬ ਵਾਲਿਆਂ ਨੂੰ ਗਲ ਲਾਉਣ, ਜੱਫੀਆਂ ਪਾਉਣ ਤੇ ਉਹਨਾਂ ਨੂੰ ਕਹਿਣ ਤਿੰਨੋਂ ਬਿੱਲ ਵਾਪਸ ਹੋ ਗਏ, ਫੇਰ ਆਪਾਂ ਬਹਿਨੇ। आप देख रहे हैं नवोदय टाइम्स पंजाब केसरी टीवी। कृषि कानून बिल के विरोध में जहां किसान जो है दिल्ली के बॉर्डर पर डटे हुए हैं, वहीं कुछ किसान जो है बुराड़ी के ग्राउंड में पहुंचे हुए हैं। लेकिन लगातार पिछले 3 दिन से जो कांग्रेस के सांसद है रवनीत सिंह बिट्टू, वो लगातार यहां पर आ रहे हैं और खुद हमारे साथ मौजूद है। सर, किसानों ने मना कर दिया कि अब हम बुराड़ी नहीं जाएंगे, हम जो बॉर्डर है वहीं पर डटे रहेंगे, कैसे? आप भी यहाँ से 25 को आपने आना शुरू कर दिया था जब मैं पहले दिन आया था, तो आज देख लो 4 दिन हो गए। ਅੱਜ 4 ਦਿਨ ਹੋ ਗਏ ਤੁਸੀਂ ਵੀ ਉਰੇ ਆ ਰਹੇ ਹੋ, ਮੈਂ ਵੀ ਆ ਰਿਹਾ। ਅੱਜ ਤੁਹਾਨੂੰ ਇਹ ਦਿਖ ਰਿਹਾ ਵੀ ਇਹ ਲੋਕ ਨੇ ਜਿਹੜੇ ਕਿਸੇ ਪਾਰਟੀ ਦੇ ਜਾਂ ਕਿਸੇ ਜਥੇਬੰਦੀ ਦੇ ਰਹਿ ਗਏ। ਉਹ ਗੱਲਾਂ ਉਦੋਂ ਤੱਕ ਸੀ ਜਦੋਂ ਤੱਕ ਇਹ ਪੰਜਾਬ ਸੀਗੇ, ਜਦੋਂ ਸਾਰੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਵੀ ਭਾਈ ਸੁਣ ਲਓ ਸਾਡੀ ਗੱਲ, ਬੁਲਾ ਲਓ ਸਾਨੂੰ। ਪਰ ਜਦੋਂ ਕਾਲ ਦੇਤੀ 26-27 ਦੀ, ਉਦੋਂ ਬਾਅਦ ਜਦੋਂ ਪੰਜਾਬ ਨੇ ਦੇਖਿਆ ਵੀ ਖੱਟਰ ਸਰਕਾਰ, ਬੀਜੇਪੀ ਸਰਕਾਰ ਮੋਰਚੇ ਬਣਾਉਣ ਲੱਗੀ, ਉੱਥੇ ਬੰਕਰ ਬਣਾਉਣ ਲੱਗੀ, ਉੱਥੇ ਸਾਰੇ ਪੁਲਾਂ ਦਾ ਜਿਹੜਾ ਮਟੀਰੀਅਲ ਉਹ ਇਕੱਠਾ ਕਰਕੇ ਲਾਤਾ, ਫਿਰ ਉਦੋਂ ਬਾਅਦ ਸਾਰਾ ਪੰਜਾਬ ਚੱਲ ਪਿਆ। ਹੁਣ ਇਸ ਵੇਲੇ ਉਰੇ ਬੜੇ ਬੜੇ ਸਿੰਗਰ ਜਿਨ੍ਹਾਂ ਦੇ ਹਜ਼ਾਰਾਂ ਫੋਲੋਇੰਗ ਨੇ ਉਹ ਇੱਥੇ ਨੇ, ਬੜੇ ਬੜੇ ਯੂਥ ਆਈਕਨ ਨੇ, ਉਹਨਾਂ ਦੇ ਹਜ਼ਾਰਾਂ ਲੋਕ ਫਾਲੋਅਰ ਨੇ। ਹਰ ਪਾਰਟੀ ਨੇ ਅਨਾਉਂਸ ਕਰਤਾ ਸੀ ਵੀ ਕੱਲੇ ਕੱਲੇ ਪਾਰਟੀ ਦਾ ਵਰਕਰ ਉੱਥੇ ਚੱਲੋ। ਤੇ ਹੁਣ ਤਾਂ ਗੱਲ ਜਿਹੜੀ ਆ ਉਹ ਹੱਥੋਂ ਬਾਹਰ ਹੋ ਚੁੱਕੀ ਆ। ਹੁਣ ਇਸ ਵੇਲੇ ਸਾਰਾ ਪੰਜਾਬ ਖੜਾ ਹੈ, ਹੁਣ ਲੀਡਰ ਨਹੀਂ। ਹੁਣ ਆਪ 4 ਦਿਨ ਹੋ ਗਏ ਕੋਈ ਦੇਖਿਆ ਕਿਸਾਨ ਲੀਡਰ ਇੱਕ ਅੱਧੇ ਤੋਂ ਬਾਅਦ ਜਿਹੜਾ ਦੂਜੇ ਬਾਰਡਰ ਤੇ ਆ, ਬਾਕੀ ਲੀਡਰ ਕਿੱਥੇ ਗਏ? ਕਿਉਂਕਿ ਹੁਣ ਕਿਸੇ ਦੀ ਇੱਥੇ ਕੋਈ ਕਮਾਂਡ ਨਹੀਂ ਰਹੀ ਜਿਹੜੀ ਅਮਿਤ ਸ਼ਾਹ ਜੀ ਹੁਣ ਕਹਿ ਰਹੇ ਆ ਵੀ ਇਹ ਬਰਾੜੀ ਗਰਾਊਂਡ ਦੇ ਵਿੱਚ ਆ ਜਾਓ, ਹੁਣ ਕਿਸੇ ਨੇ ਨਹੀਂ ਆਉਣਾ। ਜਦੋਂ ਤਾਂ ਅਸੀਂ ਉੱਥੇ ਖੜੇ ਕਹਿੰਦੇ ਸੀ ਵੀ ਅਸੀਂ ਦਿੱਲੀ ਆਉਣਾ, ਤੁਸੀਂ ਕਿ ਨਹੀਂ ਆਉਣਾ। ਹੁਣ ਜਦੋਂ ਅਸੀਂ ਆ ਗਏ ਸਾਰੇ ਬੰਨਾ ਤੋੜ ਕੇ, ਹੁਣ ਇੱਥੇ ਬਹਿ ਗਏ ਆ ਕੇ, ਹੁਣ ਤੁਸੀਂ ਕਹਿੰਦੇ ਹੋ ਨਹੀਂ ਜੀ ਅੰਦਰ ਆ ਕੇ ਬੈਠੋ। ਪਹਿਲਾਂ ਹੁਣ ਇੱਕ ਗੱਲ ਸੁਣ ਲਓ, ਹੁਣ ਕਿਸੇ ਨੇ ਨਹੀਂ ਸੁਣਨੀ। ਕਿਹਦੇ ਨਾਲ ਗੱਲ ਕਰੋਗੇ, ਕਿਹਦੇ ਨਾਲ ਨਹੀਂ ਕਰੋਗੇ, ਉਹ ਗੱਲਾਂ ਪਿੱਛੇ ਰਹਿ ਗਈਆਂ। ਹੁਣ ਸਭ ਤੋਂ ਪਹਿਲਾਂ ਚੁੱਪ ਕਰਕੇ ਅਨਾਉਂਸਮੈਂਟ ਕਰ ਦਿਓ ਵੀ ਤਿੰਨੋਂ ਬਿੱਲ ਅਸੀਂ ਵਾਪਸ ਲੈ ਲਏ, ਤਿੰਨੋਂ ਬਿੱਲ ਵਾਪਸ ਲੈ ਲਏ। ਹੁਣ ਤੁਹਾਡੇ ਜਥੇਬੰਦੀਆਂ ਗਰੁੱਪ ਨੇ ਜਿਹੜੇ ਉਹ ਕ੍ਰਿਸ਼ੀ ਮੰਤਰੀ ਜਿਹਦੀ ਵੀ ਤੁਸੀਂ ਡਿਊਟੀ ਲਾਉਣੀ ਆ, ਕਿਉਂਕਿ ਤਾਕਤ ਅਮਿਤ ਸ਼ਾਹ ਜੀ ਦੇ ਦਾਣੇ ਤਾਂ ਉਹਨਾਂ ਕੋਲ ਆ, ਬਾਕੀ ਤਾਂ ਸਭ ਲਿਫਾਫੇ ਆ। ਤੁਸੀਂ ਆ ਕੇ ਅੱਜ ਅਨਾਉਂਸ ਕਰਕੇ ਸਾਰਿਆਂ ਨੂੰ ਕਹੋ ਵੀ 3 ਕਾਨੂੰਨ ਰੱਦ। ਇਹ ਕਾਨੂੰਨ ਉਦੋਂ ਹੁਣ ਤੁਹਾਡੇ ਸਹਿਮਤੀ ਨਾਲ ਜੋ ਜੋ ਤੁਸੀਂ ਚਾਹੁੰਦੇ ਹੋ ਉਵੇਂ ਬਣਨਗੇ, ਤਾਂ ਕਿਤੇ ਇਹ ਪੰਜਾਬ ਵਾਲੇ ਮੁੜਨਗੇ। ਨਹੀਂ ਮੈਨੂੰ ਦੱਸੋ, ਲੰਗਰ ਲੱਗੇ ਹੋਇਆ, ਲੰਗਰ ਪ੍ਰਥਾ ਪੰਜਾਬ 'ਚ ਆ, ਜੇ ਸਾਰੀ ਦੁਨੀਆ ਨੂੰ ਇਹ ਲੰਗਰ ਲਾ ਕੇ ਖਿਲਾ ਸਕਦੇ, ਆਪ ਲਈ ਨਹੀਂ ਲਾ ਸਕਦੇ। ਦੂਜੀ ਗੱਲ, ਇਹ ਤਾਂ ਜੱਥੇ ਆ, ਗੁਰਪੁਰਬ ਸਾਡੇ ਹੁੰਦੇ ਆ, ਬੜੇ ਬੜੀ ਜਿਹੜੇ ਯਾਤਰਾਵਾਂ ਏ ਉਹ ਚੱਲਦੀਆਂ ਏ, ਸਾਡੇ ਗੁਰਪੁਰਬ ਚੱਲਦੇ ਆ। ਤੇ ਇਸ ਕਰਕੇ ਇਹ ਤਾਂ ਇੱਕ ਗੁਰਪੁਰਬ ਲਾ ਲਓ, ਇਹ ਚੱਲ ਰਿਹਾ ਏ। ਤੇ ਲੋਕ ਨਹੀਂ ਹੁਣ ਐ ਸਮਝਣੇ ਇਸ ਵੇਲੇ ਨਾ ਕਿਸੇ ਲੀਡਰ ਦੇ ਹੱਥ 'ਚ, ਨਾ ਕਿਸੇ ਪਾਰਟੀ ਦੇ ਹੱਥ 'ਚ, ਇਸ ਵੇਲੇ ਇਹ ਪੰਜਾਬ ਦੇ ਲੋਕਾਂ ਦੇ ਹੱਥ 'ਚ ਕੰਪੇਨ ਆ। ਹੁਣ ਮੈਨੂੰ ਨਹੀਂ ਸਮਝ ਆਉਂਦੀ ਇਹ ਕੰਪੇਨ ਤੁਸੀਂ ਇਹਨੂੰ ਕਿਵੇਂ ਠੰਡਾ ਪਾਓਗੇ। ਇੱਕ ਗੱਲ, ਬੀਜੇਪੀ ਦੇ ਲੀਡਰ ਜਿਹੜੇ ਲੱਭ ਨਹੀਂ ਰਹੇ ਪੰਜਾਬ ਦੇ, ਜਿਹੜੇ ਅੱਗ ਲਾ ਰਹੇ ਸੀ ਪੰਜਾਬ 'ਚ, ਅੱਜ ਦੇਖਿਆ ਕਿਤੇ ਬੀਜੇਪੀ ਦਾ ਲੀਡਰ ਉਹ ਟੈਲੀਫੋਨ ਕਰਕੇ ਹਰਿਆਣੇ ਵਾਲੇ ਸਪੋਕਸਪਰਸਨ ਉਹਨਾਂ ਦੇ ਬੀਜੇਪੀ ਵਾਲਿਆਂ ਤੋਂ ਜ਼ਹਿਰ ਅਗਵਾ ਰਹੇ ਆ, ਹਜੇ ਵੀ ਖੱਟਰ ਸਾਹਿਬ। ਰੱਬ ਦੇ ਵਾਸਤੇ ਜਿਹੜੇ ਬੀਜੇਪੀ ਪੰਜਾਬ ਵਾਲੇ ਲੀਡਰ ਆ ਉਹ ਆ ਕੇ ਨਿਕਲ, ਬਿਲਕੁਲ ਨਾ ਡਰਨ ਵੀ ਉੱਥੇ ਕੋਈ ਨਾਰੇ ਮਾਰਦਾ ਮੁਰਦਾਬਾਦ ਕਹਿੰਦਾ ਆਪਣੇ ਆ, ਮੁਰਦਾਬਾਦ ਕਰ ਲੈਣਗੇ 5 ਮਿੰਟ, ਫਿਰ ਕੀ ਹੋ ਗਿਆ। ਉਹ ਤੋਂ ਡਰਦੇ ਜੇ ਤੁਸੀਂ। ਆਪਾਂ ਪੰਜਾਬੀ ਆ,
ਅਸੀਂ ਉਹ ਆ ਪਾਰਟੀਆਂ ਚੋਂ ਆਏ ਆ ਜਿਹੜੇ ਗੋਲੀਆਂ ਵੱਜੀਆਂ ਸਭ ਤੋਂ ਪਹਿਲਾਂ ਅਸੀਂ ਆਏ ਆ। ਕੋਈ ਖਾਲਿਸਤਾਨੀ ਨਹੀਂ ਉੱਥੇ। ਜੇ ਖਾਲਿਸਤਾਨੀ ਹੁੰਦਾ ਤਾਂ ਮੈਂ ਖੜਾ, ਮੇਰੇ ਸਭ ਤੋਂ ਪਹਿਲਾਂ ਗੋਲੀ ਮਾਰਦੇ, ਜਿਹੜੀ ਮੇਰੀ ਉਹਨਾਂ ਨਾਲ ਲੜਾਈ ਆ। ਇਸ ਕਰਕੇ ਕੋਈ ਖਾਲਿਸਤਾਨੀ ਨਹੀਂਗਾ ਉਰੇ, ਕੋਈ ਕੁਛ ਨਹੀਂਗਾ। ਜੇ ਭਿੰਡਰਾਂ ਵਾਲੇ ਦੀ ਫੋਟੋ ਨੂੰ ਤੁਸੀਂ ਖਾਲਿਸਤਾਨੀ ਜਾਂ ਟੈਰਰਿਸਟ ਮੰਨੋਗੇ, ਉਹ ਗਲਤ ਆ। ਭਿੰਡਰਾਂ ਵਾਲੇ ਤੋਂ ਬਾਅਦ ਦੀਆਂ ਗੱਲਾਂ ਟੈਰਰਿਜ਼ਮ ਦੀਆਂ, ਜਿਹੜੀਆਂ ਬੰਦੂਕਾਂ ਨਾਲ ਮਾਰੇ ਲੋਕ, ਉਹ ਬਾਅਦ ਚ ਮਾਰੇ ਆ। ਭਿੰਡਰਾਂ ਵਾਲੇ ਦੀ ਤਾਂ ਹਰ ਫੋਟੋ ਗੁਰਦੁਆਰੇ 'ਚ ਲੱਗੀ ਹੋਈ ਆ, ਪੰਜਾਬ 'ਚ ਹਰ ਜਗ੍ਹਾ ਲੱਗੀ ਹੋਈ ਆ। ਲੋਕ ਆਪਣੀਆਂ ਗੱਡੀਆਂ ਤੇ ਲਾਈ ਫਿਰਦੇ, ਉਹ ਅੱਤਵਾਦੀ ਹੋ ਗਏ। ਇਸ ਕਰਕੇ ਭਿੰਡਰਾਂ ਵਾਲੇ ਦੀ ਫੋਟੋ ਨੂੰ ਤੁਸੀਂ ਅੱਤਵਾਦ ਦੇ ਨਾਲ ਜਾਂ ਟੈਰਰਿਜ਼ਮ ਦੇ ਨਾਲ ਨਾ ਗਿਣੋ। ਨਹੀਂ, ਅਸੀਂ ਸਭ ਤੋਂ ਮੂਹਰੇ ਖੜੇ ਆ। ਜੇ ਕੋਈ ਉੱਥੇ ਹੋਊਗਾ ਸਾਨੂੰ ਪਹਿਲਾਂ ਗੋਲੀ ਮਾਰੂ, ਤੁਹਾਡੇ ਬੀਜੇਪੀ ਵਾਲਿਆਂ ਦੇ ਨਹੀਂ ਕੋਈ ਮਾਰੂ। ਤੇ ਬੀਜੇਪੀ ਵਾਲੇ ਲੀਡਰ ਨਿਕਲਣ ਤੇ ਪੰਜਾਬ ਵਾਲਿਆਂ ਨੂੰ ਗਲ ਲਾਉਣ, ਜੱਫੀਆਂ ਪਾਉਣ ਤੇ ਉਹਨਾਂ ਨੂੰ ਕਹਿਣ ਤਿੰਨੋं ਬਿੱਲ ਵਾਪਸ ਹੋ ਗਏ, ਫਿਰ ਆਪਾਂ ਬਹਿਨੇ ਆ। बिट्टू साहब, जिस तरीके से गृह मंत्री अमित शाह जी ने कहा है कि जो बिल है, पहले जो किसान है वो बुराड़ी आए और उसके बाद जो है किसानों से बातचीत की जाएगी। ਉਹ ਅਬ ਸ਼ਰਤੋਂ का टाइम, ਉਹ ਨਿੰਘ ਗਿਆ। ਕਿਹਨੂੰ ਕਹਿਣਗੇ ਇਸ ਵੇਲੇ? ਮੈਂ ਤੁਹਾਨੂੰ ਕਹੀ ਜਾਂਦਾ ਵੀ ਉੱਥੇ ਤਾਂ 50-50 ਟਰਾਲੀ ਹਰ 6 ਬਾਰਡਰਾਂ ਤੇ ਖੜੀ ਆ। ਬਰਾੜੀ ਦੇ ਵਿੱਚ 50,000 ਟਰਾਲੀ ਕਿਵੇਂ ਆ ਜੂਗੀ? ਸਾਹ ਕੁੱਟਣਾ ਉਹਨਾਂ ਦਾ। ਇਸ ਕਰਕੇ ਉੱਥੇ ਨਹੀਂ ਆ ਸਕਦੇ ਹੁਣ ਉਹ, ਜਿੰਨੀਆਂ 5-5 10-10 ਕਿਲੋਮੀਟਰ ਦੀਆਂ ਲਾਈਨਾਂ ਜਿੱਥੇ ਉਹ ਬੈਠੇ ਆ, ਉੱਥੇ ਉਹ ਨਹਾ ਵੀ ਸਕਦੇ ਆ, ਬਾਥਰੂਮ ਵੀ ਕਰ ਸਕਦੇ ਆ, ਖੁੱਲੇ ਖੇਤ ਨੇ, ਢਾਬੇ ਨੇ, ਖਾ ਪੀ ਵੀ ਸਕਦੇ ਆ, ਆਪ ਦਾ ਪ੍ਰਬੰਧ ਵੀ ਆ। ਬਰਾੜੀ 'ਚ ਇੱਕ ਆ ਕੇ ਉਹ ਸਟੇਜ ਲੱਗ ਸਕਦੀ ਆ, ਉੱਥੇ ਲੀਡਰ ਭਾਸ਼ਣ ਕਰੀ ਜਾਣ, ਆ ਕੇ ਉਹ ਕਰੀ ਜਾਣ। ਤੁਸੀਂ ਉੱਥੇ ਪਹੁੰਚ ਜਾਓ, ਜਿਹੜੀਆਂ ਮੀਟਿੰਗਾਂ ਕਰਨੀਆਂ ਉਸ ਬਰਾੜੀ 'ਚ ਕਰ ਲਓ ਆ ਕੇ। ਪਰ ਇਹ ਜੱਥੇ ਨੇ ਨਹੀਂ ਆਉਣਾ। ਇਹਦੇ ਕਰਕੇ ਤਾਂ ਤੁਸੀਂ ਹਿੱਲੇ ਹੋ। ਹੁਣ ਹਰ ਬੰਦੇ ਦੇ, ਪੰਜਾਬੀ ਤੇ ਹਰਿਆਣੇ ਦੇ ਮਨ 'ਚ ਆ ਗੱਲ ਵੀ ਜੇ ਅਸੀਂ ਇਹ ਸੜਕਾਂ ਛੱਡਤੀਆਂ ਤੇ ਉਦੋਂ ਬਾਅਦ ਸਾਡਾ ਐਜੂਕੇਸ਼ਨ ਢਿੱਲਾ ਪੈ ਜਾਣਾ। ਉਹ ਤਾਂ ਹੁਣ ਹੋਣਾ ਨਹੀਂ। ਉਹ ਤਾਂ ਵਰਕਾ ਪਾੜ ਦੋ, ਉਸ ਤੋਂ ਅੱਗੇ ਚੱਲੋ। ਸੜਕਾਂ ਨਹੀਂ ਕਿਸੇ ਨੇ ਛੱਡਣੀਆਂ, ਨਾ ਉਹਨਾਂ ਨੇ ਬਰਾੜੀ ਆਉਣਾ ਏ। ਜਦੋਂ ਆਉਂਦੇ ਸੀ ਜੰਤਰ ਮੰਤਰ, ਤੁਸੀਂ ਕਿਹਾ ਨਹੀਂ ਜੀ ਅਸੀਂ ਤਾਂ ਸਟੇਡੀਅਮਾਂ 'ਚ ਤੁਹਾਨੂੰ ਬੰਦ ਕਰਾਂਗੇ, ਉਰੇ ਤਾਂ ਕਰੋਨਾ ਜੀ। ਹੁਣ ਕਿੱਥੇ ਗਿਆ ਕਰੋਨਾ? ਹੁਣ ਕਿਉਂ ਕਹਿੰਦੇ ਹੋ ਬਰਾੜੀ ਆ ਜਾਓ? ਹੁਣ ਨਹੀਂ ਕਰੋਨਾ। ਤੇ ਇਸ ਕਰਕੇ ਤੁਸੀਂ ਜਦੋਂ ਪਹਿਲਾਂ ਐਸਾ ਛੇੜਾ ਛੇੜ ਲਿਆ, ਹੁਣ ਉੱਥੇ ਸਾਰਾ ਪੰਜਾਬ ਆ ਕੇ ਬਹਿ ਗਿਆ ਏ। ਹੁਣ ਇਹ ਗੱਲਾਂ ਨਾ ਕਰੋ। ਹੁਣ ਔਨ ਟੇਬਲ ਟਾਕਸ ਨੇ ਜਿਹੜੀਆਂ, ਉਹਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੋ। ਉਹ ਨਾ ਵਾਇਲੈਂਟ ਹੋਏ ਨੇ, ਉੱਥੇ ਹੀ ਬੈਠੇ ਆ ਨਾ। ਕਿਸੇ ਨੇ ਕੋਈ ਪਟਾਕਾ, ਕੋਈ ਗੋਲੀ, ਕੋਈ ਕੁਛ ਚਲਾਇਆ ਕਿਸੇ ਨੇ? ਕੋਈ ਅੱਜ 3 ਦਿਨ ਹੋ ਗਏ ਬੈਠਿਆਂ ਨੂੰ, ਕੀ ਉਹਨਾਂ ਨੇ ਕੀਤਾ? ਉੱਥੇ ਹੀ ਬੈਠੇ ਆ। ਇਸ ਕਰਕੇ ਬਿਲਕੁਲ ਇਸ ਗੱਲ ਤੋਂ ਨਿਕਲ ਜਾਓ। ਤੇ ਜਿਹੜੇ ਬੀਜੇਪੀ ਵਾਲੇ ਲੀਡਰ ਨੇ, ਜਿਹੜੇ ਖੱਡਾਂ 'ਚ ਲੁਕੇ ਨੇ, ਜਿਹੜੇ ਪਹਿਲਾਂ ਬਿਆਨਬਾਜ਼ੀ ਕਰ ਵੀ ਇਹ ਅੱਤਵਾਦੀ ਨੇ, ਇਹ ਮੋਇਸਟ ਨੇ, ਇਹ ਅਸੀਂ ਜੇ ਇਹ ਆਉਣਗੇ ਸਟ੍ਰੈਚਰਾਂ ਤੇ ਪਾ ਕੇ ਭੇਜਾਂਗੇ, ਉਹ ਸਾਰਾ ਪੰਜਾਬ ਉੱਠ ਕੇ ਆ ਗਿਆ। ਹੁਣ ਕਿਹਨੂੰ ਸਟ੍ਰੈਚਰ ਤੇ ਪਾਉਂਗੇ ਦੱਸੋ? ਹੁਣ ਜਾ ਕੇ ਹੱਥ ਜੋੜ ਕੇ ਮਾਫੀ ਮੰਗ ਕੇ ਵੀ ਸਾਡੇ ਹੋ ਅੱਗੇ ਕੰਮ ਚਲਾਓ। अच्छा, मेरे को एक चीज बताओ अब, कि जैसे कि अब सरकार भी कह रही है कि पहले बुराड़ी आए तब बात करेंगे, लेकिन किसान कह रहे हैं कि हम सीमा पर डटे हुए हैं, अब दूसरी सीमा भी जो है वो ब्लॉक करेंगे, तो बातचीत कैसे बनेगी? बातचीत कैसे बनेगी? अब बातचीत तो बने, ਉਹ ਤਾਂ ਬਣਨੀ ਆ। ਉਹ ਤਾਂ ਕੱਲ ਅਮਿਤ ਸ਼ਾਹ ਜੀ ਨੇ ਕਹਿ ਕੇ ਦੇਖ ਲਿਆ, ਅੱਜ ਆ ਕੇ ਕਹਿ ਜਾਣਗੇ ਵੀ ਆ ਕੇ ਗੱਲਬਾਤ ਕਰੋ। ਪਹਿਲਾਂ ਤਾਂ ਉਹਨਾਂ ਨੂੰ ਹੁਣ ਛੱਡਣਾ ਚਾਹੀਦਾ। ਤਿੰਨੋਂ ਬਿੱਲ ਮਾਰਨ, ਉਹ ਕੈਂਸਲ ਕਰਕੇ ਵੀ ਕਹਿਣ ਪੰਜਾਬੀ ਉਹ ਮੁੜ ਜਾਓ, ਅਸੀਂ ਤੰਗ ਨਹੀਂ ਕਰਨਾ ਚਾਹੁੰਦੇ। ਗੁਰਪੁਰਬ 550 ਸਾਲਾਂ ਪਿੱਛੇ ਆਪਾਂ ਮਨਾ ਕੇ ਹਟਿਆ ਸਾਲ ਪਹਿਲਾਂ, ਤੇ 51ਵਾਂ ਹੁਣ ਮਨਾਉਣਾ ਹੈ। ਤੇ ਵੀ ਉਹ ਪਵਿੱਤਰ ਦਿਹਾੜਾ ਮਨਾਓ ਇਸ ਦਿਨ ਤੇ। ਬਿੱਲ ਮੈਂ ਕੀਤੇ ਰੱਦ। ਟੇਬਲ ਤੇ ਗੱਲਾਂ, ਹੁਣ ਮੈਂ ਤੁਹਾਨੂੰ ਦੱਸ ਦੇਣਾ ਸਿੱਧੀਆਂ ਗੱਲਾਂ 2 ਮਿੰਟ ਦੇ ਵਿੱਚ। ਇਹ ਬਿੱਲ ਜਿਹੜਾ ਅਸੀਂ ਗੱਲਾਂ ਕਰਨੀਆਂ ਚਾਹੁੰਦੇ ਉਹ ਕੀ ਨੇ, ਕਿਉਂਕਿ ਬਹੁਤ ਗੱਲਾਂ 'ਚ ਭੁੱਲ ਗਏ, ਬਹੁਤ ਗਰਮ ਖਿਆਲੀ ਹੁਣ ਛੱਡਣ। ਮੋਦੀ ਸਾਹਿਬ ਨੂੰ ਗਾਲਾਂ ਕੱਢਣੀਆਂ, ਬਾਕੀਆਂ ਨੂੰ ਜਿਹੜਾ ਪੇਚਾ ਫਸਣਾ, ਟੋਚਨ ਫਸਣੀ, ਉਹ ਫਸ ਗਈ। ਹੁਣ ਉਸ ਗੱਲਾਂ ਤੋਂ ਛੱਡ ਕੇ ਹੁਣ ਟੇਬਲ ਤੇ ਆਉਣਾ ਪਊ। ਉਹ ਕੀ 3 ਬਿੱਲ ਨੇ? ਇੱਕ ਗਲਤਫਹਿਮੀ ਮੈਂ ਤੁਹਾਡੀ ਕੱਢ ਦਿੰਦਾ ਕਮਲ ਜੀ ਤੇ ਬਾਕੀਆਂ ਦੀ। ਇਹ ਬਿੱਲ ਕੱਲਾ ਕਿਸਾਨਾਂ ਦਾ, ਜਿਹੜੇ 3 ਬਿੱਲ ਨੇ ਕਿਸਾਨਾਂ ਦਾ ਨੁਕਸਾਨ ਨਹੀਂ ਕਰਦੇ ਕੱਲਾ। ਇਹ 80% ਆਬਾਦੀ ਆ ਜਿਹੜੀ ਪੰਜਾਬ ਦੀ, ਦੇਸ਼ ਦੀ, ਉਹਨੂੰ ਇਹ ਅਸਰ ਕਰਦੇ ਆ। ਤਿੰਨੋਂ ਬਿੱਲ ਉਹ ਕਿਵੇਂ ਕਰਦੇ ਆ? 12,000 ਬਿਲੀਅਨ ਦਾ, ਖਰਬਾਂ ਦਾ ਇਹ ਬਿਜ਼ਨਸ ਆ। ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਆ। ਤੇ ਇਹਦੇ ਵਿੱਚ ਜਦੋਂ ਆ ਬਿੱਲ ਪਾਸ ਹੋਏ ਨੇ, ਉਹਦੇ ਵਿੱਚ ਕੌਣ ਆਇਆ? ਸਭ ਤੋਂ ਪਹਿਲਾਂ ਨਿਵੇਸ਼ ਕਿਹਨੇ ਕੀਤਾ ਹੈ? WhatsApp ਨੇ। ਉਹਦਾ ਗਰੁੱਪ ਜਿਹੜਾ ਆ ਕੇ ਇੱਥੇ ਉਹਨੇ ਰਿਟੇਲ 'ਚ ਪੈਸਾ ਲਾਇਆ। ਦੂਜਾ ਕਿਹਨੇ ਲਾਇਆ? ਗੂਗਲ ਨੇ। ਤੁਸੀਂ ਸਾਰੇ ਜਾਣਦੇ ਹੋ, ਗੂਗਲ ਨੇ ਆ ਕੇ ਰਿਲਾਇੰਸ ਨਾਲ ਰਿਟੇਲ 'ਚ ਆ ਕੇ ਇੱਥੇ ਆਪਣੀ ਨਿਵੇਸ਼ ਕੀਤਾ। ਕਿਉਂ ਕੀਤਾ? ਤੇ ਉਹਨਾਂ ਪਿੱਛੇ ਬਿੱਲ ਅੱਜ ਤੱਕ ਕੀ ਸੀ? APMC ਐਕਟ ਕੀ ਆ? ਤਿੰਨ ਹੀ ਬਿੱਲ ਆਏ ਨਾ। ਪਹਿਲਾ ਸੀ ਮੰਡੀਆਂ ਆਪਣੀਆਂ, ਚਾਹੇ ਛੋਟੇ ਸ਼ਹਿਰ ਦੀ ਹੋਣ, ਵੱਡੇ ਸ਼ਹਿਰ ਦੀ ਹੋਵੇ, ਉੱਥੇ ਲਾਇਸੈਂਸ ਦਿੱਤਾ ਜਾਂਦਾ ਹੈ ਆੜਤੀਏ ਨੂੰ। ਆੜਤੀਆ ਫਿਰ 2% ਉਹਨੂੰ ਸੈਂਟਰ ਗਵਰਨਮੈਂਟ ਕਮਿਸ਼ਨ ਦਿੰਦੀ ਆ, ਬਾਕੀ ਕਿਸਾਨ ਦੇ ਖਾਤੇ 'ਚ ਪੈਸਾ ਜਾਂਦਾ ਜਿਹੜੀ FCI ਖਰੀਦ ਕਰਦੀ ਆ। ਇਹਨਾਂ ਨੇ ਕਿਹਾ ਬਈ ਉੱਥੇ ਤਾਂ ਮਾਰਕੀਟ ਕਮੇਟੀਆਂ 'ਚ ਕਿਤੇ 2% ਦਾ ਟੈਕਸ ਆ, ਕਿਤੇ 4% ਦਾ, ਵੇਰੀ ਕਰਦਾ 6% ਤੱਕ ਟੈਕਸ ਨੇ। ਇਹਨਾਂ ਨੇ ਕਿਹਾ ਵੱਡੀਆਂ ਕੰਪਨੀਆਂ ਮੈਂ 9 ਜੇ ਲਵਾਂ ਤਾਂ ਉਹ 50 ਤੋਂ ਵੱਧ ਨੇ।
ਜਿਹੜੀਆਂ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਰਕਮ ਦੱਸੀ ਆ ਵੀ ਸਭ ਤੋਂ ਵੱਡੀ ਪ੍ਰੋਫਿਟੇਬਲ ਇਹ ਖੁਦਰਾ ਵਪਾਰ ਜਿਹਨੂੰ ਕਹਿੰਦੇ ਆ, ਰਿਟੇਲ ਕਹਿੰਦੇ ਆ ਪੰਜਾਬੀ ਚ, ਜਿਹਨੂੰ ਆਪਾਂ ਪਰਚੂਨ ਕਹਿ ਦਿੰਦੇ ਆ, ਪਰਚੂਨ ਦਾ ਵਪਾਰ 12,000 ਬਿਲੀਅਨ ਦਾ ਇਹ ਵਪਾਰ ਆ। ਤੇ ਇਹ ਸਭ ਤੋਂ ਪਹਿਲਾਂ 3 ਬਿੱਲ ਕਿਵੇਂ ਜੁੜੇ ਹੋਏ ਨੇ? ਉਹਨਾਂ ਨੇ ਕਿਹਾ ਜੀ ਮੰਡੀਆਂ ਖਤਮ ਕਰੋ, ਅਸੀਂ ਕੈਨੇਡਾ ਬੈਠੇ, ਅਮਰੀਕਾ ਬੈਠੇ, ਦਿੱਲੀ ਬੈਠੇ ਖਰੀਦ ਕਰ ਸਕੀਏ, ਨਹੀਂ ਤਾਂ ਇਹ 'ਚ ਤਾਂ ਜਿਹੜਾ ਇਕੱਲਾ ਜਿਹੜਾ ਆੜਤੀਆ ਖਰੀਦ ਕਰ ਸਕਦਾ, ਤੇ ਅਲੱਗ-ਅਲੱਗ ਟੈਕਸ ਨੇ ਵੀ ਸਾਰੀ ਦੁਨੀਆ ਤੋਂ ਉੱਥੋਂ ਅਸੀਂ ਬੈਠ ਕੇ APMC ਐਕਟ ਖਤਮ, ਤੇ ਇੱਕੋ ਦਿੱਲੀ ਬਹਿ ਕੇ ਸਾਰਾ ਪੰਜਾਬ ਦਾ, ਹਰਿਆਣੇ ਦਾ, ਹੋਰ ਕਿਤੇ ਸਾਰਾ ਮੰਡੀਆਂ ਦਾ ਮਾਲ ਇੱਕ ਜਾਣਾ ਬਹਿ ਕੇ ਉਰੇ ਖਰੀਦ ਸਕਦਾ ਏ। ਦੂਜੀ ਗੱਲ, ਮੰਡੀਆਂ ਖਤਮ ਹੋ ਗਈਆਂ, ਇਸੇ ਕਰਕੇ ਉਹ ਐਕਟ ਖਤਮ ਕੀਤਾ ਵੀ ਕੋਈ ਆੜਤੀਆ ਨਹੀਂ, ਅਸੀਂ ਕਿੱਥੇ ਆਪਣੇ ਮੈਨੇਜਰ ਇਕੱਲੇ ਨੂੰ ਆੜਤੀਆ ਬਣਾਵਾਂਗੇ ਹਰ ਸੂਬੇ 'ਚ, ਹਰ ਸਟੇਟ 'ਚ, ਹਰ ਛੋਟੇ ਸ਼ਹਿਰ 'ਚ। ਇਸ ਕਰਕੇ ਉਹਨੇ ਕਿਹਾ ਜੀ ਅਸੀਂ ਇਹ ਚਾਹਣਾ ਪਹਿਲਾਂ ਆਹ ਖਤਮ ਕਰੋ। ਉਹਨਾਂ ਨੇ ਖਤਮ ਕਰਕੇ ਮਾਰੀਆਂ ਮੰਡੀਆਂ। ਉਦੋਂ ਬਾਅਦ ਕਿਹੜਾ ਬਿੱਲ ਆ ਜਾਂਦਾ ਆਪਣਾ? ਹੋਰਡਿੰਗ ਜਿਹੜੀ ਹੁੰਦੀ ਆ, ਜਮਾਖੋਰੀ ਜਿਹਨੂੰ ਕਹਿੰਦੇ ਆਪਾਂ, ਆਪਣੇ ਆਪ ਸਭ ਸਮਝਦੇ ਆ ਵੀ ਜਮਾਖੋਰੀ ਕਰ ਲਈ ਰੇਟ ਵਧਾਉਣ ਲਈ। ਉਹ ਕਾਨੂੰਨ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ, ਉਹਨੂੰ ਖਤਮ ਕੀਤਾ ਬਈ ਤੁਸੀਂ ਕਿੰਨੀ ਮਰਜ਼ੀ ਵੀ ਹੋਰਡਿੰਗ ਜਮਾਬੰਦੀ ਕਰ ਲਓ, ਤੁਹਾਡੇ ਤੇ ਕੋਈ ਰੋਕ ਨਹੀਂ ਗੀ। ਖਰੀਦ ਇੱਥੇ ਬਹਿ ਕੇ ਸਾਰੇ ਦੁਨੀਆ ਦੇਸ਼ ਚੋਂ ਖਰੀਦ ਕਰ ਲਓ ਸਾਰੀ। ਜਦੋਂ ਇੰਨੀ ਖਰੀਦ ਉਹ ਕਰਨਗੇ, ਰੱਖਣਗੇ ਕਿੱਥੇ? ਉਹ ਐਕਟ ਖਤਮ ਕੀਤਾ ਵੀ ਹੋਰਡਿੰਗ ਜਿੰਨੀ ਮਰਜ਼ੀ ਕਰੋ, ਜਿੰਨੀ ਮਰਜ਼ੀ ਜਿਹੜੀ ਜਮਾਬੰਦੀ, ਜਿੱਡੇ ਮਰਜ਼ੀ ਸਾਈਲੋ ਬਣਾ ਰਹੇ ਆ ਕਿਲੋਮੀਟਰ, ਤਾਂ ਹੀ ਟ੍ਰੇਨਾਂ ਜਾਣੀਆਂ ਨੇ ਅੰਦਰ ਮਾਨੀ ਦੇ ਸਾਈਲੋ ਤੇ, ਜਿਹੜੇ 50 ਵੱਡੇ ਆ ਟ੍ਰੇਨਾਂ ਪਰ ਜਿਹੜੇ ਆ ਉਹ ਹੋਰਡਿੰਗ ਕਰਨਗੇ। ਉਹਨਾਂ ਤੇ ਉਹ ਐਕਟ ਖਤਮ ਕਰਤਾ। ਤੇ ਉਹਨਾਂ ਚਿਰ ਹਿੰਦੁਸਤਾਨ ਦੀ ਸਰਕਾਰ, ਦੇਸ਼ ਦੀ ਸਰਕਾਰ ਇੰਟਰਵੀਨ ਨਹੀਂ ਕਰ ਸਕਦੀ ਜਿੰਨਾ ਚਿਰ ਰੇਟ ਆ ਜਿਹੜਾ 100 ਗੁਣਾ ਨਾ ਵੱਧ ਜੇ। ਜੇ ਅੱਜ 5 ਰੁਪਏ ਟਮਾਟਰ ਆ, 5 ਰੁਪਏ ਆਲੂ ਆ, ਜੇ ਉਹਦਾ 100 ਗੁਣਾ ਰੇਟ ਵਧੇਗਾ ਉਦੋਂ ਸਰਕਾਰ ਇੰਟਰਵੀਨ ਕਰੇਗੀ, ਉਹਨਾਂ ਚਿਰ ਨਹੀਂ ਕਰੇਗੀ ਜਿੰਨਾ ਮਰਜ਼ੀ ਇਹ ਵਪਾਰੀ ਵੇਚਣ। 2 ਕਾਨੂੰਨ ਜੁੜ ਗਏ, ਇਸ ਕਰਕੇ ਇਹ ਖਤਮ। ਤੀਜਾ ਹੁਣ ਸੁਣ ਲਓ, ਪਹਿਲੀ ਗੱਲ ਤਾਂ ਸਟੇਟ ਇਸ਼ੂ ਨੇ, ਇਹਦੇ ਵਿੱਚ ਸੈਂਟਰ ਦਾ ਕੰਮ ਕੀ ਜੀ? ਇਹ ਤਾਂ ਸਟੇਟ ਇਸ਼ੂ ਨੇ। ਫਿਰ ਇਹਨਾਂ ਨੇ ਤੀਜਾ ਜਿਹੜਾ ਕੰਟਰੈਕਟ ਫਾਰਮਿੰਗ ਜਿਹਨੂੰ ਕਹਿੰਦੇ ਆ, ਦੁਨੀਆ ਦੀ ਡਿਮਾਂਡ ਦੇਖਣਗੇ ਵੀ ਇਸ ਵੇਲੇ ਇਜ਼ਰਾਈਲ 'ਚ ਕੀ ਚਾਹੀਦਾ, ਇਸ ਵੇਲੇ ਆਸਟ੍ਰੇਲੀਆ 'ਚ ਕੀ ਚਾਹੀਦਾ, ਕਿੱਥੇ ਕਿਹੋ ਜਿਹਾ ਟਮਾਟਰ ਚਾਹੀਦਾ, ਕਿਹੋ ਜਿਹੀ ਕਣਕ ਚਾਹੀਦੀ ਹੈ, ਕਿਹੋ ਜਿਹਾ ਫਰੂਟ ਚਾਹੀਦਾ। ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਬੀਜ ਪਾਏਗਾ, ਜਾਂ ਆਪਣੇ ਏਰੀਏ ਦੇ ਹਿਸਾਬ ਨਾਲ, ਜਿਹੋ ਜਿਹਾ ਕਿਤੇ ਮੂੰਗਫਲੀ ਹੁੰਦੀ ਆ, ਕਿਤੇ ਗੰਨਾ ਹੁੰਦਾ, ਕਿਤੇ ਸਰੋਂ ਹੁੰਦੀ ਹੈ, ਕਿਤੇ ਮੱਕੀ ਹੁੰਦੀ ਹੈ। ਨਹੀਂ, ਜੋ ਸਾਰੇ ਵਰਲਡ ਦੇ ਵਿੱਚ ਜੋ ਰਿਕੁਆਇਰਮੈਂਟ ਹੋਏਗੀ ਉਹ ਦੇਖੇਗਾ ਗੂਗਲ, ਉਹ ਦੇਖੇਗਾ WhatsApp, ਰਿਲਾਇੰਸ, ਤੇ ਉਹ ਬੀਜ ਦੇ ਕੇ ਤੁਹਾਨੂੰ ਬੀਜਣਾ ਪਏਗਾ, ਜਿਹੜਾ ਇਹ ਵੱਡੀਆਂ ਕੰਪਨੀ ਤੁਹਾਨੂੰ ਕਹਿ ਕੇ ਬਜਵਾਉਣਗੀਆਂ। ਖਰੀਦਣਗੇ ਆਪਣੀ ਮਰਜ਼ੀ ਨਾਲ, ਸਟਾਕ ਆਪਣੀ ਮਰਜ਼ੀ ਨਾਲ ਹੋਲਡ ਕਰਨਗੇ, ਜਮਾਬੰਦੀ ਕਰਨਗੇ। ਤੀਜਾ ਜਿਹੜਾ ਤੁਹਾਡਾ ਐਕਟ ਲਿਆਂਦਾ ਏ ਕੰਟਰੈਕਟ ਫਾਰਮਿੰਗ ਵਾਲਾ, ਆਪਣੀ ਮਰਜ਼ੀ ਨਾਲ ਬਜਵਾਉਣਗੇ ਤੁਹਾਤੋਂ, ਤੁਹਾਡਾ ਕੋਈ ਉੱਤੇ ਮਰਜ਼ੀ ਨਹੀਂ ਰਹਿ ਜਾਏਗੀ। ਇਹ ਤਿੰਨੋਂ ਕਾਨੂੰਨ ਐ ਜੁੜੇ ਹੋਏ ਨੇ, ਤੇ ਇਹਨੇ 80% ਆਬਾਦੀ ਨੂੰ ਮਾਰ ਕਰਨੀ ਆ, ਤੇ 12,000 ਬਿਲੀਅਨ ਦਾ ਇਹ ਪ੍ਰੋਫਿਟ ਆ ਜਿਹੜਾ, ਇਹ ਵਪਾਰ ਆ ਜਿਹੜਾ, ਇਹ ਏਜੰਸੀਆਂ ਨੇ, ਇਹ ਵੱਡੇ ਘਰਾਣਿਆਂ ਨੇ ਕਮਾਉਣਾ। ਇਸ ਕਰਕੇ ਤਿੰਨੋਂ। ਉਦੋਂ ਬਾਅਦ ਸੁਣ ਲਓ, ਇਹ ਤਿੰਨੋਂ ਜਿੰਨਾ ਚਿਰ ਨਹੀਂ ਖਤਮ ਕਰਦੇ, ਚੌਥਾ ਪਾਵਰ ਜਿਹੜਾ ਉਹ ਆ ਰਿਹਾ ਨਾਲ, ਜਿਹੜੀ ਬਿਜਲੀ ਆ ਤੁਹਾਨੂੰ ਸਟੇਟਾਂ ਤੋਂ ਖੋ ਕੇ ਸੈਂਟਰ ਪੂਲ ਚੋਂ ਬਿਜਲੀ ਜਾਏਗੀ, ਤੇ ਆਪਣੀ ਮਰਜ਼ੀ ਨਾਲ ਰੇਟ ਲੱਗੇਗਾ ਜਿਹੜਾ ਸੈਂਟਰ ਚ ਆਏਗੀ, ਤੇ ਬਿਜਲੀ ਵੀ ਤੁਹਾਨੂੰ ਅਗਲੇ ਆਉਣ ਵਾਲੇ ਦਿਨਾਂ ਚ ਮਿਲੇਗੀ ਨਹੀਂ। ਇਸ ਕਰਕੇ ਇਹ ਕਾਨੂੰਨ ਜਿੰਨਾ ਚਿਰ ਵਾਪਸ ਨਹੀਂ ਹੁੰਦੇ, ਉਨਾ ਚਿਰ ਇਹ ਤੁਹਾਡੀ ਗੱਲਬਾਤ ਸ਼ੁਰੂ ਨਹੀਂ ਹੋਣੀ। ਕਿਉਂਕਿ ਹੁਣ ਕਿਸੇ ਹੱਥ ਇੱਕ ਦੇ ਐਜੀਟੇਸ਼ਨ ਨਹੀਂ, ਧਰਨੇ ਮੁਜ਼ਾਹਰੇ ਨਹੀਂ ਰਹੇ। ਹੁਣ ਬੜੀ ਸੋਚ ਸਮਝ ਕੇ ਤੁਹਾਨੂੰ ਇਹ ਅਗਲੀ ਗੱਲ ਕਰਨੀ ਪਊਗੀ, ਕਿਉਂਕਿ ਇਸ ਵੇਲੇ ਹੱਥ ਕਿਸੇ ਇਕੱਲੇ ਦੇ ਪੰਜਾਬ ਨਹੀਂ ਗਾ, ਪੰਜਾਬ ਆਪ ਆ ਕੇ ਬੈਠਾ ਹੈ। ਹੁਣ ਇਹ ਤੁਸੀਂ ਸੋਚਣਾ ਹੈ, ਇਹ ਗੱਲ ਤੁਸੀਂ ਇੱਥੇ ਤੱਕ ਲੈ ਕੇ ਆਏ ਹੋ, ਵਧਾਈ ਆ। ਇਹਨੂੰ ਖਤਮ ਕਿਵੇਂ करना? आप लोग भी गृह जो केंद्र सरकार है उससे बातचीत करेंगे इसको लेकर? देखो, हमारे मुख्यमंत्री कल, ਜਿਹੜੇ ਸਾਡੇ ਮੁੱਖ ਮੰਤਰੀ ਨੇ, ਉਹਨਾਂ ਨੇ ਕੱਲ ਔਨ ਰਿਕਾਰਡ ਕਿਹਾ ਹੈ ਵੀ ਬੁਲਾਓ ਮੀਟਿੰਗ, ਮੈਂ ਆਪ ਬੈਠੂੰਗਾ ਵਿੱਚ ਆਪਣੇ ਪੰਜਾਬੀਆਂ ਖਾਤਰ। ਕੌਣ ਚਾਹੁੰਦਾ ਜੀ ਇੱਥੇ ਠੰਡ 'ਚ ਮਰਨ ਸਾਡੇ ਪੰਜਾਬੀ? ਅਸੀਂ ਤਾਂ ਹੱਥ ਜੋੜਾਂਗੇ ਸਾਤੋਂ ਜਿਹੜਾ ਜੇ ਕੋਈ ਉਹ ਸਾਤੋਂ ਕਰਾ ਲੈਣ, ਜਿਹੜੀਆਂ ਅਸੀਂ ਜੇ ਕੋਈ ਮਿੰਤਾਂ ਕਰਾਉਣੀਆਂ, ਪੈਰ ਫੜਾਉਣੇ ਆ, ਸਾਤੋਂ ਫੜਾ ਲੈਣ। ਪਰ ਸਾਡੇ ਪੰਜਾਬੀ ਨੂੰ ਕਿਸੇ ਨੂੰ ਆਹ ਠੰਡ 'ਚ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਬੈਠੇ ਨੇ, ਇਹ ਕੰਮ ਨਾ ਕਰਨ। ਇਹ ਦੁਸ਼ਮਣ ਨਾਲ ਵੀ ਕੋਈ ਕਰਦਾ ਨਹੀਂਗਾ। ਜੋ ਤੁਸੀਂ ਆਪਣੇ ਘਰੇ ਬਿਠਾ ਕੇ, ਘਰੇ ਬੁਲਾ ਕੇ, ਤੁਹਾਡੇ ਘਰ ਦੇ ਬਾਹਰ ਬੈਠੇ ਉਹ ਤੜਫਦੇ ਆ, ਤੇ ਫਿਰ ਤੁਸੀਂ ਨਾ ਉਹਨਾਂ ਨੂੰ ਤੜਫਾਓ, ਇਹਦੇ ਨਤੀਜੇ ਫਿਰ ਭੁਗਤਣੇ ਪੈਣਗੇ, ਔਖਾ ਹੋ ਜਾਂਦਾ ਫਿਰ। तो बिल्कुल, ये थे कांग्रेस के सांसद रवनीत सिंह बिट्टू, जिन्होंने नवोदय टाइम्स पंजाब केसरी से खास बातचीत की। दिल्ली से कमल कुमार कंसल, नवोदय टाइम्स पंजाब केसरी टीवी।